ਸਾਡੇ ਸਮਾਜ ਵਿੱਚ ਅਕਸਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਗੈਰ ਕੁਦਰਤੀ ਜਾਂ ਰਹੱਸਮਈ ਸਮਝਦੇ ਹਾਂ। ਅਸਲ ਵਿੱਚ ਉਹਨਾਂ ਘਟਨਾਵਾਂ ਮਗਰ ਸਾਡੇ ਆਰਥਿਕ ਸਮਾਜਿਕ ਪਾੜੇ ਦਾ ਸਿੱਟਾ ਹੁੰਦਾ ਹੈ। ਚਾਹੇ ਕਿਸੇ ਦੇ ਘਰ ਕੱਪੜਿਆਂ ਨੂੰ ਅੱਗ ਲੱਗਦੀ ਹੋਵੇ, ਚਾਹੇ ਇੱਟਾਂ ਵੱਜਦੀਆਂ ਹੋਣ, ਚਾਹੇ ਬੰਦ ਪੇਟੀ ਵਿੱਚ ਕੱਪੜਿਆਂ ਨੂੰ ਅੱਗ ਲੱਗੇ, ਚਾਹੇ ਕੱਪੜੇ ਕੱਟੇ ਜਾਣ ਜਾਂ ਹੋਰ ਕਈ ਤਰ੍ਹਾਂ ਦੀਆਂ ਰਹੱਸਮਈ ਘਟਨਾਵਾਂ ਜਿਹੜੀਆਂ ਕਿ ਸਾਨੂੰ ਲੱਗਦੀਆਂ ਹਨ ਕਿ ਇਹਦੇ ਮਗਰ ਕੋਈ ਗੈਬੀ ਸ਼ਕਤੀ ਹੈ, ਇਹਦੇ ਮਗਰ ਕੋਈ ਜਾਦੂ ਟੂਣਾ ਜੰਤਰ ਮੰਤਰ ਕੰਮ ਕਰ ਰਿਹਾ ਹੈ। ਉਹ ਘਟਨਾਵਾਂ ਸਾਡੇ ਸਮਾਜ ਵਿੱਚ ਬਹੁਤ ਉਥਲ-ਪੁਥਲ ਦਾ ਕਾਰਨ ਬਣਦੀਆਂ ਹਨ। ਤਰਕਸ਼ੀਲ ਕਾਰਕੁਨ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਸਮੱਸਿਆਵਾਂ ਨੂੰ ਤਰਕ ਬੁੱਧੀ ਨਾਲ ਹੱਲ ਕਰਦੇ ਆ ਰਹੇ ਹਨ। ਆਓ ਇਸ ਮੁਲਾਕਾਤ ਵਿੱਚ ਜਾਣਦੇ ਹਾਂ ਕਿ ਕਿਵੇਂ ਇਹਨਾਂ ਮਸਲਿਆਂ ਦਾ ਹੱਲ ਹੁੰਦਾ ਹੈ। ਮੇਰੇ ਕੋਲ ਇੱਕ 25-26 ਸਾਲ ਦੀ ਲੜਕੀ ਨੂੰ ਲੈ ਕੇ ਆਏ, ਜਿਹੜੀ ਕਿ ਉਹਦੇ ਜੁੰਡੇ ਖੁੱਲ੍ਹੇ ਆ ਜੀ, ਕੱਪੜਿਆਂ ਦਾ ਬੁਰਾ ਹਾਲ ਹੈ, ਸਿਰ ਘੁਮਾਉਂਦੀ ਆ ਰਹੀ ਆ, ਉਹ ਚੀਕਾਂ ਮਾਰਦੀ ਆਉਂਦੀ ਆ, ਮੈਂ ਨਹੀਂ ਛੱਡਣਾਗਾ, ਮੈਂ ਕਰ ਦੂੰਗੀ, ਮੈਂ ਉਹ ਕਰ ਦੂੰਗੀ, ਮੈਂ ਉਹ ਕਰ ਦੂੰਗੀ। ਪਰਿਵਾਰ ਲੈ ਕੇ ਉਹ ਮੇਰੇ ਕੋਲ ਲੈ ਕੇ ਆ ਗਏ। ਇੱਥੇ ਲੈ ਕੇ ਆ ਗਏ, ਜਦੋਂ ਆ ਕੇ ਮੈਂ ਬਿਠਾਏ, ਦਫ਼ਤਰ 'ਚ ਬਿਠਾਏ, ਲਿਆ ਕੇ ਗੱਲਬਾਤ ਕੀਤੀ। ਮੈਂ ਕਿਹਾ ਵੀ ਕੀ ਗੱਲ ਹੈ, ਮੈਨੂੰ ਤੁਸੀਂ ਸ਼ੁਰੂ ਤੋਂ ਹਿਸਟਰੀ ਦੱਸੋ ਵੀ ਕੀ ਚੀਜ਼ ਹੈ। ਅਸਲ ਸਾਡਾ ਨਾ ਕਿ ਕੇਸ ਹੱਲ ਕਰਨ ਦਾ ਇੱਕ ਵੱਖਰਾ ਢੰਗ ਹੈ। ਅਸੀਂ ਜਿਹੜੇ ਪਰਿਵਾਰਕ ਦੇ ਮੈਂਬਰ ਨੇ, ਇਕੱਲੇ ਮੈਂਬਰ ਨਾਲ ਇਕੱਲੇ ਵੱਖਰੇ ਗੱਲ ਕਰਦੇ ਹਾਂ ਬਿਠਾ ਕੇ। ਠੀਕ ਹੈ। ਅਤੇ ਮੈਂ ਉਹਦੇ ਜਦੋਂ ਕੁੜੀ ਦੇ ਮੰਮੀ ਡੈਡੀ ਨਾਲ ਗੱਲ ਕਰਕੇ ਗੱਲਬਾਤ ਕੀਤੀ ਵੀ ਭਾਈ ਕੀ ਚੱਕਰ ਹੈ, ਉਹ ਕਹਿੰਦੇ ਜੀ ਸਾਡੇ 8-9 ਮਹੀਨੇ ਹੋ ਗਏ, ਮਤਲਬ ਕੁੜੀ ਨੂੰ ਕਸਰ ਹੁੰਦੀ ਹੈ, ਇਹਨੂੰ ਕੋਈ ਚੀਜ਼ ਚੁੰਬੜੀ ਹੋਈ ਹੈ। ਅਸਲ ਕਰਦੇ ਕੀ ਸੀਗੇ ਜੀ ਉਹ ਸਿਰ ਘੁਮਾਉਂਦੀ ਸੀਗੀ, ਪੂਰਾ ਚੀਕਾਂ ਮਾਰਦੀ ਸੀ, ਉੱਚੀ ਰੌਲਾ ਪਾਉਂਦੀ ਸੀਗੀ, ਮੈਨੂੰ ਲਾਲ ਚੂੜਾ ਚਾਹੀਦਾ, ਮੈਨੂੰ ਗੁਲਾਬੀ ਸੂਟ ਚਾਹੀਦਾ ਹੈਗਾ, ਮੈਨੂੰ 9 ਪਾਲਿਸ਼ ਸੁਰਖੀ ਬਿੰਦੀ ਦੇ ਸਮਾਨ ਚਾਹੀਦਾ ਹੈਗਾ। ਜਦੋਂ ਮੈਂ ਉਹਨੂੰ ਬਿਠਾ ਕੇ ਕੁੜੀ ਨੂੰ, ਅਤੇ ਉਹਦਾ ਭਾਈ ਸੀ ਨਾਲ, ਉਹਨੂੰ ਬਾਹਰ ਬਿਠਾਤਾ ਅਤੇ ਉਹਦੇ ਮੰਮੀ ਡੈਡੀ ਨਾਲ ਗੱਲ ਕੀਤੀ। ਮੈਂ ਕਿਹਾ ਤੁਸੀਂ ਮੈਨੂੰ ਸ਼ੁਰੂ ਤੋਂ ਹਿਸਟਰੀ ਦੱਸੋ ਵੀ ਸਟਾਰਟਿੰਗ ਇਹਨੂੰ ਕਿੱਥੋਂ ਹੋਈ ਹੈ। ਸਟਾਰਟਿੰਗ 'ਚ ਕੀ ਹੋਇਆ ਕਿ ਉਹ ਦੋਨੋਂ ਜਿਹੜਾ ਮੀਆਂ ਬੀਵੀ ਸੀਗੇ, ਇੰਪਲਾਈ ਸੀਗੇ, ਨੌਕਰੀ ਪੇਸ਼ਾ ਸੀਗੇ, ਚੰਗੇ ਵਧੀਆ ਮਤਲਬ ਉੱਚੀਆਂ ਪੋਸਟਾਂ 'ਤੇ ਲਿਖੇ, ਪੜ੍ਹੇ ਲਿਖਿਆ ਪਰਿਵਾਰ ਸੀ। ਜਿਹੜੇ ਕੁੜੀ ਦੇ ਮਾਂ ਪਿਓ ਸੀਗੇ, ਦੋਨੋਂ ਮਤਲਬ ਜਿਹੜੇ ਨੌਕਰੀ ਪੇਸ਼ਾ ਸੀਗੇ। ਅਤੇ ਉਹ ਕਹਿੰਦੀ ਸਾਡੀ ਇਹ ਬੇਟੀ ਹੈ, 25-26 ਸਾਲ ਦੀ ਉਮਰ ਹੈਗੀ ਹੈ, ਇਹ ਵੱਡੀ ਹੈ, ਅਤੇ ਮੁੰਡਾ ਛੋਟਾ ਹੈਗਾ, ਉਹਦੀ 19-20 ਸਾਲ ਦੀ ਉਮਰ ਹੈ। ਉਹ ਕਹਿੰਦੀ ਅਸੀਂ ਕੋਈ 10 ਕੁ ਮਹੀਨੇ ਪਹਿਲਾਂ ਮੁੰਡੇ ਦਾ ਵਿਆਹ ਕਰ ਲਿਆ। ਮੁੰਡੇ ਦਾ ਵਿਆਹ ਕਰ ਲਿਆ, ਘਰੇ ਬਹੂ ਆ ਗਈ। ਬਹੂ ਆ ਕੇ ਜਦੋਂ ਆ ਗਈ ਤਾਂ ਮਹੀਨਾ ਕੁ ਤਾਂ ਠੀਕ ਠਾਕ ਰਿਹਾ, ਮਹੀਨਾ ਡੇਢ ਮਹੀਨਾ ਤਾਂ ਸਾਰਾ ਕੁਛ ਵਧੀਆ ਰਿਹਾ। ਮਹੀਨੇ ਡੇਢ ਮਹੀਨੇ ਬਾਅਦ ਕੀ ਹੋਇਆ ਕਿ ਬਹੂ ਦਾ ਜਿਹੜਾ ਮੇਕਅਪ ਦਾ ਸਮਾਨ ਸੀਗਾ ਉਹ ਇੱਕ ਦਿਨ ਉਹਦੇ ਟੇਬਲ ਤੋਂ ਗੁੰਮ ਹੋ ਗਿਆ। ਕਹਿੰਦਾ ਵੀ ਅਸੀਂ ਹੈਰਾਨ ਹੋ ਗਏ ਸੀਗਾ ਵੀ ਚੱਲ ਕਿਸੇ ਨੇ ਇੱਧਰ ਉੱਧਰ ਧਰਤਾ ਹੋਊਗਾ, ਕਰਤਾ ਹੋਊਗਾ, ਕੋਈ ਗੱਲ, ਅਸੀਂ ਸਮਾਨ ਉਹਨੂੰ ਹੋਰ ਲਿਆਤਾ। ਅਗਲੇ ਦਿਨ ਕਹਿੰਦਾ ਉਹ ਵੀ ਗੁੰਮ ਹੋ ਗਿਆ। ਕਹਿੰਦੇ ਫਿਰ ਅਸੀਂ ਵੀ ਚੱਕਰਾਂ 'ਚ ਪੈ ਗਏ। ਹੌਲੀ ਕਹਿੰਦਾ ਵੀ ਅਸੀਂ ਸਮਾਨ ਲਿਆ ਕੇ ਦਿੱਤਾ, ਤੀਜੇ ਦਿਨ ਕਹਿੰਦਾ ਫੇਰ ਗੁੰਮ ਹੋ ਗਿਆ। ਅਤੇ ਅਸੀਂ ਕਹਿੰਦੇ ਬਹੁਤ ਪਰੇਸ਼ਾਨ ਹੋ ਗਏ। ਚੌਥੇ ਪੰਜਵੇਂ ਦਿਨ ਕੀ ਹੋਇਆ, ਕਹਿੰਦਾ ਬਹੂ ਦੇ ਜਿਹੜੇ ਬਰੀ ਦੇ ਸੂਟ ਸੀਗੇ, ਕੱਪੜੇ ਸੀਗੇ, ਉਹ ਕੱਟੇ ਗਏ। ਕਹਿੰਦੇ ਉਹ ਕੱਟੇ ਗਏ ਤਾਂ ਅਸੀਂ ਕੋਈ ਚੇਲਾ, ਕਿਉਂਕਿ ਜਦੋਂ ਇਹੋ ਜਿਹਾ ਕੁਛ ਹੋਣ ਲੱਗ ਜਾਂਦਾ ਤਾਂ ਸਾਡੇ ਲੋਕ ਸਭ ਤੋਂ ਪਹਿਲਾਂ ਜਿਹੜੀ ਭਰਮ ਪਿਆ ਹੈਗਾ ਭੂਤਾਂ ਪ੍ਰੇਤਾਂ ਵਾਲਾ, ਇਹੀ ਲੱਗਦਾ ਵੀ ਓਪਰੀ ਕਸਰ ਨੇ ਕਰਤਾ। ਆਂਢੀ ਗੁਆਂਢੀ ਆ ਜਾਂਦੇ ਨੇ, ਭਾਈ ਤੁਹਾਡੇ ਘਰੇ ਤਾਂ ਕੋਈ ਚੀਜ਼ ਹੈ। ਉਹ ਕਿਸੇ ਚੇਲੇ ਕੋਲ ਚਲੇ ਗਏ। ਜਦੋਂ ਜਾ ਕੇ ਉਹਨਾਂ ਨੇ ਜਾ ਕੇ ਪੁੱਛ ਪਾ ਲਈ, ਜਾ ਕੇ ਗੱਲਬਾਤ ਕੀਤੀ ਵੀ ਸਾਡੇ ਕਰਕੇ ਐਂ ਘਟਨਾਵਾਂ ਹੁੰਦੀਆਂ ਨੇ। ਅਤੇ ਉਹਨੇ ਮਤਲਬ ਜਿਵੇਂ ਪਖੰਡ ਜਿਹਾ ਕੀਤਾ, ਆਪਦਾ ਪਖੰਡ ਜਿਹਾ ਕਰਕੇ ਦੇਖ ਕੇ ਕਹਿੰਦੇ ਜੀ ਤੁਹਾਡੇ ਘਰੇ ਦਾ ਬਹੁਤ ਤਕੜਾ ਭੂਤ ਦਾ, ਕਿਸੇ ਜਿੰਨ ਦਾ ਵੱਸ ਹੈ, ਉਹ ਚੀਜ਼ ਕਰ ਰਹੀ ਹੈ। ਘਰੇ ਆ ਗਏ, ਜਿਹੜਾ ਕੋਈ ਤਵੀਤਾ ਕਰ ਦਿੱਤਾ, ਕੋਈ ਇਲਾਇਚੀਆਂ ਲੌਂਗ ਦਿੱਤੇ, ਘਰੇ ਆ ਗਏ। ਹੁਣ ਜਦੋਂ ਆਮ ਗੱਲ ਕਰਦੀ ਹੈ ਵੀ ਆਪਾਂ ਬਾਬਾ ਜੀ ਕੋਲ ਗਏ ਸੀ ਵੀ ਕੀ ਹੋਇਆ ਜੀ, ਬਾਬਾ ਜੀ ਨੇ ਦੱਸਿਆ ਵੀ ਆਪਣੇ ਘਰ ਦਾ ਕਿਸੇ ਚੀਜ਼ ਦਾ ਵੱਸ ਹੈਗਾ। ਅਤੇ ਆਥਣ ਨੂੰ ਉਸ ਕੁੜੀ ਦੇ ਵਿੱਚ ਚੀਜ਼ ਬੋਲਣ ਲੱਗ ਗਈ। ਉੱਥੋਂ ਚੀਜ਼ ਬੋਲਣ ਲੱਗ ਗਈ ਜਦੋਂ, ਅਤੇ ਉਹ ਦੂਜਾ ਤਾਂ ਪਰੇਸ਼ਾਨ ਹੋ ਗਏ ਵੀ ਆਪਾਂ ਗਏ ਤਾਂ ਸੀਗੇ ਵੀ ਫਾਇਦੇ ਵਾਸਤੇ, ਵੀ ਠੀਕ ਕਰਾਉਣ ਵਾਸਤੇ ਗਏ ਸੀਗੇ, ਇਹ ਤਾਂ ਨਵਾਂ ਹੀ ਪੰਗਾ ਖੜਾ ਹੋ ਗਿਆ ਵੀ ਕੁੜੀ ਨੂੰ ਵੀ ਤਾਂ ਕੁੜੀ 'ਚ ਵੜ ਗਈ ਚੀਜ਼ ਆ ਗਈ। ਅਤੇ ਅਗਲੇ ਦਿਨ ਲੈ ਕੇ ਕੁੜੀ ਕੋਲ ਫਿਰ ਹੁਣ ਕੁੜੀ ਲੈ ਕੇ ਬਾਬੇ ਕੋਲ ਚਲੇ ਗਏ। ਤਾਂ ਹੁਣ ਜਿਵੇਂ ਇਹਨਾਂ ਦਾ ਇੱਕ ਢੰਗ ਹੁੰਦਾ ਹੈਗਾ, ਜਦੋਂ ਗੱਦੀਆਂ ਜਿਹੀਆਂ ਲਾ ਕੇ ਬੈਠੇ ਹੁੰਦੇ, ਢੰਗ ਹੁੰਦਾ ਹੈਗਾ, ਤੂੰ ਕੌਣ ਹੈ, ਤੂੰ ਕਿੱਥੋਂ ਆਈ ਹੈ, ਤੂੰ ਕੀ ਮੰਗਦੀ ਹੈ, ਮਤਲਬ ਇੱਦਾਂ ਦੇ ਇਹਨਾਂ ਦੇ ਸ਼ਬਦ ਹੁੰਦੇ ਨੇ। ਤਾਂ ਜਦੋਂ ਉਹਨੇ ਕਿਹਾ ਵੀ ਤੂੰ ਕੌਣ ਆ, ਕਹਿੰਦੀ ਮੈਂ ਭੂਤ ਹੈ। ਕਹਿੰਦਾ ਕੀ ਮੰਗਦੀ ਹੈ? ਉਹ ਕਹਿੰਦੀ ਮੈਨੂੰ ਗੁਲਾਬੀ ਸੂਟ, ਲਾਲ ਚੂੜਾ,
9 ਪਾਲਸ ਸੁਰਖੀ ਬਿੰਦੀ ਸੰਧੂਰ ਚਾਹੀਦਾ। ਠੀਕ ਹੈ ਜੀ, ਉਹ ਬਾਬਾ ਕਹਿੰਦਾ ਵੀ ਤੁਸੀਂ ਐਂ ਕਰੋ ਭਾਈ, ਇਹ ਸਮਾਨ ਲਿਆਓ। ਠੀਕ ਹੈ, ਉਹਨੇ ਬਾਬੇ ਨੇ ਸਮਾਨ ਮੰਗਾ ਲਿਆ। ਸਮਾਨ ਮੰਗਾ ਕੇ ਸਾਰਾ ਕੁਝ ਤੇ ਜਿਹੜਾ ਕੁਛ ਉਹਨੇ ਆਪਦਾ ਪਖੰਡ ਜਿਹਾ ਕਰਨਾ ਸੀਗਾ, ਕੋਈ ਪੂਜਾ ਪਾਠ ਵਾਲਾ ਕੋਈ ਹੋਰ ਜਿਹੜਾ ਸੀ ਮੰਤਰਾਂ ਤੰਤਰਾਂ ਨਾਲ ਕਰਕੇ, ਕਹਿੰਦੇ ਤੁਸੀਂ ਐਂ ਕਰੋ ਇਹਨੂੰ ਰਾਤ ਨੂੰ ਚਰਸਤੇ 'ਚ ਰੱਖਿਓ। ਠੀਕ ਹੈ, ਉਹ ਜਾ ਕੇ ਰਾਤ ਨੂੰ ਚਰਸਤੇ 'ਤੇ ਰਹੇ। ਰਾਤ ਆ ਕੁੜੀ ਲੰਘ ਗਈ, ਪਈ ਰਹੀ। ਤੜਕੇ ਫਿਰ ਉੱਠ ਕੇ ਲੱਗ ਗਈ ਚੀਕਾਂ ਮਾਰਨ, ਸਿਰ ਘਮਾਉਣ ਲੱਗ ਗਈ, ਖੇਡਣ ਲੱਗ ਗਈ। ਠੀਕ ਹੈ, ਉਹ ਫਿਰ ਲੈ ਗਏ ਉਹਦੇ ਕੋਲੇ, ਕਹਿੰਦੇ ਬਾਬਾ ਜੀ ਇਸ ਤੇ ਰਾਤ ਸਾਰਾ ਸਮਾਨ ਧਰਿਆ ਤੇ ਇਹ ਤਾਂ ਫਿਰ ਉਹੀ ਹਾਲ ਕਰੀ ਜਾਂਦੀ ਹੈ। ਤੇ ਉਹ ਬਾਬੇ ਨੇ ਦੇਖ ਕੇ, ਬਾਬਾ ਕਹਿੰਦਾ ਜੀ ਇਹ ਤਾਂ ਕੋਈ ਚੀਜ਼ ਬੜੀ ਤਕੜੀ ਹੈ ਵੀ ਮੇਰੇ ਵੱਸ ਨਹੀਂ। ਉਹਨੇ ਕਿਤੇ ਗਾਂ ਹੋਰ ਕੋਈ ਉਹਦਾ ਕੋਈ ਗੁਰੂ ਹੋਊਗਾ ਜਾਂ ਕੋਈ ਉਹਦਾ ਕੋਈ ਚੇਲਾ ਕੋਈ ਗੁਰਪਾਈ ਹੋਊਗਾ, ਉਹਦੇ ਕੋਲ ਭੇਜਦਾ, ਕਹਿੰਦਾ ਵੀ ਫਲਾਣੇ ਬਾਬੇ ਕੋਲ ਲੈ ਜਾਓ, ਉਹ ਇਹਦਾ ਹੱਲ ਕਰੂਗਾ। ਉੱਥੋਂ ਉਹਨਾਂ ਨੇ ਜਾ ਕੇ ਉਹਦੇ ਕੋਲੇ ਲੈ ਗਏ। ਉਹਦੇ ਕੋਲੇ ਲੈ ਕੇ ਜਦੋਂ ਉੱਥੇ ਲਿਜਾ ਕੇ ਉਹੀ ਗੱਲ, ਉਹਨੇ ਜਦੋਂ ਬੁਲਾਇਆ ਉਹਨੂੰ ਤੇ ਵੀ ਤੂੰ ਕੌਣ ਹੈ, ਉਹ ਕਹਿੰਦਾ ਮੈਂ ਭੂਤ ਹੈ। ਕੀ ਮੰਗਦੀ ਹੈ? ਕਹਿੰਦੇ ਮੈਨੂੰ ਜੀ ਗੁਲਾਬੀ ਸੂਟ, ਲਾਲ ਚੂੜਾ, 9 ਪਾਲਸ ਸੁਰਖੀ ਬਿੰਦੀ ਸੰਧੂਰ, ਇਹ ਸਮਾਨ ਚਾਹੀਦਾ। ਉਹਨੇ ਵੀ ਉਹ ਸਮਾਨ ਮੰਗਾ ਲਿਆ। ਉਹਨੇ ਸਮਾਨ ਮੰਗਾ ਕੇ ਤੇ ਉਹਨੇ ਕਿਸੇ ਕੋਈ ਜਗ੍ਹਾ ਸੀਗੀ, ਕਹਿੰਦਾ ਵੀ ਉਹ ਜਗ੍ਹਾ ਤੇ ਤੁਸੀਂ ਚੜਾਇਆ ਉਹ ਠੀਕ ਹੈ, ਸਮਾਨ। ਉਹ ਸਮਾਨ ਲਿਆ ਉਹਨਾਂ ਨੇ, ਲੈ ਕੇ ਕੱਪੜਾ ਲੀੜਾ ਕੱਪੜਾ ਸਾਰਾ ਕੁਛ, ਤੇ ਉਹ ਜਾ ਕੇ ਉੱਥੇ ਜਗ੍ਹਾ ਤੇ ਚੜਾਏ। ਜਾਣੀ ਕਿ ਉਹਨਾਂ ਦਾ ਸਿਲਸਿਲਾ ਚੱਲ ਪਿਆ। ਠੀਕ ਹੈ, ਉਹ ਇੱਕ ਤੋਂ ਦੂਜਾ ਬਾਬਾ, ਦੂਜੇ ਤੋਂ ਤੀਜਾ ਬਾਬਾ, ਤੀਜੇ ਚੌਥਾ ਬਾਬਾ, ਉਹ 8-9 ਮਹੀਨੇ ਇਸ ਤਰ੍ਹਾਂ ਲੈ ਕੇ ਤੁਰੇ ਫਿਰੇ। ਜਿਹੜੇ ਕੋਲ ਜਾਣ, ਕੋਈ ਤਾਂ ਉਹਨੂੰ ਜਿਹੜਾ ਸਮਾਨ ਮੰਗਦੀ ਸੀਗੀ ਚਰਾਸੇ 'ਚ ਰਖਾ ਦੇ, ਕੋਈ ਕਿਸੇ ਜਗ੍ਹਾ 'ਤੇ ਰਖਾ ਦੇ, ਕੋਈ ਕੁਛ ਕਰਾ ਦੇ, ਕੋਈ ਕਿਸੇ ਨੂੰ ਦਵਾ ਦੇ, ਤੇ ਇਸ ਤਰ੍ਹਾਂ ਚੱਲਦਾ ਰਿਹਾ। ਅਖੀਰ ਕਿਸੇ ਨੇ ਕਹਿਤਾ ਵੀ ਇਹ ਤਰਕਸ਼ੀਲ ਛੇਟੀ ਵਾਲੇ ਆ, ਉਹ ਇਹੋ ਜਿਹੇ ਕੇਸ ਹੱਲ ਕਰਦੇ ਆ, ਤੁਸੀਂ ਉਹਨਾਂ ਕੋਲ ਲੈ ਜਾਓ, ਕੀ ਤੁਹਾਡਾ ਮਸਲਾ ਹੱਲ ਹੋ ਜੇ। ਹਾਂਜੀ, ਤੇ ਉਹਨਾਂ ਨੇ ਦੱਸ ਪਾ ਦਿਓ ਕਿਤੇ ਮੇਰੇ ਕੋਲੇ ਆ ਗਏ। ਤੇ ਜਦੋਂ ਫਿਰ ਆਏ ਤੇ ਜਦੋਂ ਗੱਲਬਾਤ ਸਾਰਾ ਮੈਂ ਉਹਨਾਂ ਨੇ ਸੁਣ ਲਈ। ਸੁਣਨ ਤੋਂ ਬਾਅਦ ਮੈਂ ਕਿਹਾ ਜੀ ਕੁੜੀ ਠੀਕ ਹੋ ਜੂਗੀ, 100% ਮੇਰੀ ਗਰੰਟੀ ਹੈ, ਪਰ ਤੁਹਾਨੂੰ ਕੰਮ ਕਰਨਾ ਪਊ। ਕਹਿੰਦੇ ਜੀ ਕੀ? ਮੈਂ ਕਿਹਾ ਜੀ ਤੁਹਾਨੂੰ ਜਿਹੜਾ ਇਹ ਸਮਾਨ ਮੰਗਦੀ ਆ, ਗੁਲਾਬੀ ਸੂਟ, ਲਾਲ ਚੂੜਾ, 9 ਪਾਲਸ ਸੁਰਖੀ ਬਿੰਦੀ ਸੰਧੂਰ ਵਗੈਰਾ ਸਾਰਾ ਕੁਝ, ਇਹ ਸਮਾਨ ਤੁਹਾਨੂੰ ਦੇਣਾ ਪਊਗਾ ਲਿਆ ਕੇ। ਉਹ ਕਹਿੰਦੇ ਜੀ ਇਹ ਤਾਂ 15 ਵਾਰੀ ਤਾਂ ਅਸੀਂ ਦੇ ਚੁੱਕੇ ਹਾਂ ਪਹਿਲਾਂ, ਇਹ ਕੁਛ ਤੁਸੀਂ ਕਹੀ ਜਾਂਦੇ ਵੀ ਸਾਨੂੰ ਸਮਾਨ ਦੇਣਾ ਪਊ ਲਿਆ ਕੇ, ਪਹਿਲਾਂ ਤਾਂ ਠੀਕ ਨਹੀਂ ਹੋਏਗੀ। ਮੈਂ ਕਿਹਾ ਮੇਰੀ ਗਰੰਟੀ ਆ ਕੁੜੀ ਠੀਕ ਹੋਊਗੀ। ਕਹਿੰਦੇ ਚਲੋ ਇੱਕ ਅਸੀਂ ਹੋਰ ਦੇਖ ਲੈਂਦੇ ਹਾਂ। ਪਰ ਉਹ ਕਹਿੰਦੇ ਅਸੀਂ ਹੁਣ ਤੱਕ 50,000 ਰੁਪਏ ਲਾਤਾ ਜੀ। ਉਸ ਸਮੇਂ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ 50,000 ਰੁਪਏ ਦੀ ਵੈਲਿਊ ਦੇਖੋ ਕਿੰਨੀ ਸੀ। ਬਿਲਕੁਲ ਜੀ, ਬਿਲਕੁਲ। ਤੇ ਮੈਂ ਕਿਹਾ ਵੀ ਕਹਿੰਦੇ ਕੋਈ ਗੱਲ ਅਸੀਂ ਇੱਕ ਵਾਰੀ ਹੋਰ ਲਾ ਦਿੰਦੇ ਹਾਂ। ਤੇ ਪਰ ਐਂ ਦੱਸੋ ਵੀ ਸਮਾਨ ਦਾ ਕਰਨਾ ਕੀ ਹੈ? ਮੈਂ ਕਿਹਾ ਵੀ ਜਿਹੜਾ ਚੂੜਾ ਹੈਗਾ, ਸੂਟ ਹੈ, ਇਹ ਕੁੜੀ ਨੂੰ ਪਾਉਣਾ, ਮੇਕਅਪ ਕੁੜੀ ਨੂੰ ਕਰਾਉਣਾ। ਕਹਿੰਦੇ ਅਸੀਂ ਅੱਜ ਹੀ ਕਰਾ ਦਿੰਦੇ ਹਾਂ। ਮੈਂ ਕਿਹਾ ਪਹਿਲਾਂ ਮੇਰੀ ਗੱਲ ਸੁਣ ਲਓ ਪੂਰੀ ਤੁਸੀਂ, ਹਾਂਜੀ, ਵੀ ਲਾਲ ਚੂੜਾ ਜਿਹੜਾ ਹੈਗਾ ਕੁੜੀ ਨੂੰ ਪਾਉਣਾ, ਗੁਲਾਬੀ ਸੂਟ ਕੁੜੀ ਨੂੰ ਪਾਉਣਾ, ਮੇਕਅਪ ਕੁੜੀ ਦਾ ਕਰਨਾ, ਤੇ ਜਿਹੜਾ ਸੰਧੂਰ ਮੰਗਦੀ ਹੈ ਨਾ, ਹਾਂਜੀ, ਇਹ ਸੰਧੂਰ ਕੁੜੀ ਦੀ ਮਾਂਗ 'ਚ ਭਰਨਾ ਹੈ, ਮੱਥੇ 'ਚ। ਇਹ 25-26 ਸਾਲ ਨੌਜਵਾਨ ਕੋਈ ਮੁੰਡਾ ਭਰੇ, ਉਹਨਾਂ ਨੂੰ ਝਟਕਾ ਲੱਗਿਆ ਕਰੋ। ਸਮਝੀ ਗੱਲ? ਠੀਕ ਹੈ, ਉਹ ਹੱਥ ਬੰਨ ਗਿਆ, ਕਹਿੰਦੇ ਜੀ ਅਸੀਂ ਤੁਹਾਡਾ ਮਤਲਬ ਸਮਝ ਗਏ। ਮੈਂ ਕਿਹਾ ਚੰਗੀ ਤਰ੍ਹਾਂ ਸਮਝ ਗਏ? ਕਹਿੰਦੇ ਹਾਂਜੀ ਸਮਝ ਗਏ। ਤੇ ਮੈਂ ਕਿਹਾ ਜੀ ਤੁਹਾਨੂੰ 5 ਸਾਲ ਪਹਿਲੇ ਹੀ ਸਮਝਣਾ ਚਾਹੀਦਾ ਸੀ। ਹੁਣ ਉੱਥੇ ਹੋਇਆ ਕੀ ਮੈਡਮ ਕਿ ਕੁੜੀ ਵੱਡੀ ਸੀ, ਮੁੰਡਾ ਛੋਟਾ ਸੀ। ਮੁੰਡਾ ਵਿਆਹ ਲਿਆ। ਵਿਆਹਣ ਤੋਂ ਬਾਅਦ ਕੀ ਹੋਇਆ, ਮਹੀਨਾ ਕੁ ਤਾਂ ਜਦੋਂ ਭਰਜਾਈ ਆਈ ਸੀ, ਨਵੇਂ ਵਿਆਹ ਦੇ ਚਾਅ ਸੀਗੇ, ਸਾਰਾ ਸੀਗਾ। ਉਹ ਮਤਲਬ ਕੋਈ ਪਤਾ ਨਹੀਂ ਲੱਗਾ, ਮਹੀਨਾ ਡੇਢ ਮਹੀਨਾ ਲੰਘ ਗਿਆ ਵਿੱਚੋਂ। ਮਹੀਨੇ ਡੇਢ ਮਹੀਨੇ ਬਾਅਦ ਹੁਣ ਕੁੜੀ ਦੇ ਜਦੋਂ ਭਰਾ ਭਰਜਾਈ ਘਰੇ ਖਾਂਦੇ ਪੀਂਦੇ ਆ, ਹੱਸਦੇ ਖੇਡਦੇ ਆ, ਤੁਰਦੇ ਫਿਰਦੇ ਆ, ਘੁੰਮਦੇ ਆ, ਤਾਂ ਉਹਦੇ ਆਪ ਦੇ ਜਜ਼ਬਾਤ ਵੀ ਜਾਗਣ ਲੱਗ ਗਏ। ਠੀਕ ਹੈ, ਉਹਨੂੰ ਮਾਨਸਿਕ ਤੌਰ ਤੇ ਹੋਣ ਲੱਗਿਆ ਵੀ ਕਿਉਂਕਿ ਕਿਤਾ ਉਹਦੀ ਏਜ ਵੀ ਹੋ ਗਈ 25-26 ਸਾਲ ਦੀ, ਬਿਲਕੁਲ ਜੀ, ਤੇ ਉਹਨੂੰ ਇਹ ਲੱਗਣ ਲੱਗਾ ਵੀ ਹੁਣ ਮੇਰਾ ਵੀ ਤਾਂ ਹੋਣਾ ਚਾਹੀਦਾ ਵੀ ਮੈਂ ਵੀ ਇਸ ਤਰ੍ਹਾਂ ਘੁੰਮਾਂ ਫਿਰਾਂ, ਖੁਸ਼ੀਆਂ ਮਨਾਵਾਂ। ਪਰ ਹੁਣ ਇੱਕ ਕੁੜੀ ਹੋਣ ਦੇ ਨਾਤੇ ਮੈਂ ਤਾਂ ਕਹਿ ਨਹੀਂ ਸਕਦੀ ਉਹ ਵੀ ਮੇਰਾ ਵਿਆਹ ਕਰ ਦੇ। ਉਹ ਉਹਨਾਂ ਚੀਜ਼ਾਂ ਦੇ ਰੂਪ ਦੇ ਵਿੱਚ ਆਪਣੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹਦੀਆਂ, ਉਹ ਜ਼ਾਹਰ ਕਰਨ ਲੱਗ ਗਈ। ਉਹਨੂੰ ਦੱਸਣ ਲੱਗ ਗਈ ਵੀ ਮਤਲਬ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ। ਜਿਹੜਾ ਭਰਜਾਈ ਦਾ ਸਮਾਨ ਕੱਢਦੀ ਸੀਗੀ, ਤੇ ਡੂਢ ਕੁ ਮਹੀਨੇ ਬਾਅਦ ਜਦੋਂ ਫਿਰ ਉਹਦੀਆਂ ਇੱਛਾਵਾਂ ਆਪਦੀਆਂ ਇਸ ਤਰ੍ਹਾਂ ਹੋ ਗਈਆਂ, ਤੇ ਆਦਾ ਫਿਰ ਉਹਨੂੰ ਉਹਦੇ ਨਾਲ ਈਰਖਾ ਹੋ ਗਈ, ਉਹਦੇ ਸਮਾਨ ਨਾਲ ਈਰਖਾ ਹੋ ਗਈ। ਉਹ ਕਦੇ ਕੱਪੜੇ ਕੱਟਦੇ, ਕਦੇ ਉਹਦਾ ਮਤਲਬ ਜਿਹੜਾ ਸੀਗਾ ਸਮਾਨ ਕੰਮ ਕਰਦਾ, ਮੇਕਅਪ ਛਪਾ ਦਿੰਦੀ ਸੀ। ਤੇ ਫਿਰ ਤੁਹਾਡੇ ਅੱਗੇ ਕੁੜੀ ਨੇ ਕਿਵੇਂ ਕਿਹਾ ਜੀ? ਨਹੀਂ ਕੁੜੀ ਅੱਗੇ ਨਹੀਂ, ਮੈਂ ਉਹ ਚੀਜ਼ ਨੂੰ ਫੜ ਗਿਆ ਨਾ, ਉਸ ਚੀਜ਼ ਨੂੰ ਲਿਆ ਕੇ। ਕੁੜੀ ਤਾਂ ਮੈਂ ਬਾਅਦ ਚ ਗੱਲ ਕਰਦਾ, ਕੁੜੀ ਨਾਲ ਤਾਂ ਬਾਅਦ ਚ ਗੱਲ ਕੀਤੀ। ਠੀਕ ਹੈ, ਤੇ ਜਦੋਂ ਫਿਰ ਉਹ ਕਹਿੰਦੇ ਜੀ ਵੀ ਹੁਣ ਕਹਿੰਦੇ ਸਾਡੀ ਕੁੜੀ ਤਾਂ ਮਤਲਬ ਸਾਰੇ ਰਿਸ਼ਤੇਦਾਰਾਂ ਦੇ ਵਿੱਚ, ਹੋਰ ਗਲੀ ਗਵਾਂਢ ਦੇ ਵਿੱਚ, ਮੁਹੱਲੇ 'ਚ, ਸ਼ਹਿਰ ਦੇ ਵਿੱਚ ਇਹ ਚੀਜ਼ ਹੋ ਗਿਆ ਵੀ ਕੁੜੀ ਨੂੰ ਭੂਤ ਚੰਬੜਿਆ ਹੋਇਆ। ਹਾਂਜੀ, ਤੇ ਸਾਡੇ ਜਿਹੜਾ ਹੁਣ ਕੁੜੀ ਨੂੰ ਕੌਣ ਵਿਆਹ ਕਿੱਲੇ ਜਾਊਗਾ ਇਹ ਲੈ ਕੇ? ਠੀਕ ਹੈ, ਮੈਂ ਕਿਹਾ ਇਹ ਗਰੰਟੀ ਮੇਰੀ ਹੈ, ਕੁੜੀ ਨੂੰ ਮੈਂ ਠੀਕ ਕਰੂੰਗਾ। ਠੀਕ ਹੈ,
ਕਿਉਂਕਿ ਮੈਂ ਜਦੋਂ ਉਹਨਾਂ ਨੇ ਗੱਲ ਕੀਤੀ ਨਾ ਮੈਡਮ ਜੀ ਮੇਰੇ ਕੋਲੇ ਵੀ ਆਹ ਚੀਜ਼ ਸਮਝਦੇ, ਮੈਂ ਇੱਕੋ ਚੀਜ਼ ਦੀ ਗੱਲ ਸਮਝ ਗਿਆ। ਹੁਣ ਉਹ ਗੱਲ ਨੂੰ ਨਾ ਤਾਂ ਚੇਲੇ ਸਮਝੇ, ਬਿਲਕੁਲ ਜੀ, ਨਾ ਪਰਿਵਾਰ ਸਮਝਿਆ ਵੀ ਜਿਹੜੀਆਂ ਚੀਜ਼ਾਂ ਮੰਗ ਰਹੀ ਹੈ ਇੱਛਾਵਾਂ ਉਹਦੀਆਂ ਪ੍ਰਗਟ ਕਰ ਰਹੀ ਹੈ। ਬਿਲਕੁਲ ਤੇ ਫਿਰ ਮੈਂ ਕਿਹਾ ਜੀ ਇਹ ਮੇਰੀ ਗਾਰੰਟੀ ਹੈ ਵੀ ਕੁੜੀ 100% ਠੀਕ ਹੋ ਕੇ ਜਾਊਗੀ, ਅੱਜ ਤੋਂ ਬਾਅਦ ਇਹਨੂੰ ਕੋਈ ਕਸਰ ਨਹੀਂ ਹੋਣੀ। ਤੇ ਚਲੋ ਉਹਨਾਂ ਨੂੰ ਮੈਂ ਬਾਹਰ ਭੇਜਤਾ, ਕੁੜੀ ਨੂੰ ਕੋਲੇ ਬਿਠਾਇਆ, ਪੜ੍ਹੀ ਲਿਖੀ ਬੱਚੀ ਸੀਗੀ, ਸਮਝਦਾਰ ਸੀਗੀ। ਮੈਂ ਉਹਦੀ ਕਾਉਂਸਲਿੰਗ ਕੀਤੀ, ਘੰਟਾ ਕਾਉਂਸਲਿੰਗ ਕਰਨ ਤੋਂ ਬਾਅਦ ਮੈਂ ਕਿਹਾ ਬੇਟਾ ਮੈਂ ਉਹਨੂੰ ਮਤਲਬ ਟੇਢੇ ਢੰਗ ਨਾਲ, ਕਿਉਂਕਿ ਅਸੀਂ ਸਿੱਧੀ ਗੱਲ ਨਹੀਂ ਕਹਿੰਦੇ ਕਿਸੇ ਪਰਿਵਾਰ ਨੂੰ, ਜਿਹੜਾ ਅਸੀਂ ਕੇਸ ਹੱਲ ਕਰਦੇ ਹਾਂ ਨਾ ਅਸੀਂ ਸਿੱਧੀ ਗੱਲ ਨਹੀਂ ਕਹਿੰਦੇ ਕਿ ਅਸੀਂ ਉਹਨੂੰ ਟੇਢੇ ਢੰਗ ਨਾਲ ਸਮਝਾਉਂਦੇ ਹੁੰਦੇ ਹਾਂ। ਤੇ ਮੈਂ ਉਹਨੂੰ ਫਿਰ ਟੇਢੇ ਢੰਗ ਨਾਲ ਕਿਹਾ, ਮੈਂ ਕਿਹਾ ਬੇਟਾ ਵੀ ਤੇਰੀ ਜੋ ਵੀ ਸਮੱਸਿਆ ਹੈ ਇਹ ਤੇਰੀ ਬਹੁਤ ਜਲਦੀ ਕੁਝ ਵੀ ਨਾ ਹੱਲ ਹੋ ਜਾਣੀ ਹੈ, ਪਰ ਤੈਨੂੰ ਅੱਜ ਤੋਂ ਬਾਅਦ ਪਹਿਲਾਂ ਵਾਂਗ ਨੋਰਮਲ ਰਹਿਣਾ ਪੈਣਾ। ਤੇ ਪੜ੍ਹੀ ਲਿਖੀ ਹੈ ਕਿ ਉਸ ਨੂੰ ਮੈਂ ਕੁੜੀ ਨੂੰ ਚੰਗੀ ਤਰ੍ਹਾਂ ਸਮਝਾਇਆ। ਸਮਝਾਉਣ ਤੋਂ ਬਾਅਦ ਜਦੋਂ ਘੰਟਾ ਕੁ ਕਾਉਂਸਲਿੰਗ ਕੀਤੀ, ਸਾਰਿਆਂ ਮੈਂ ਲੰਬੀ ਚੌੜੀ ਗੱਲ ਆਪਾਂ ਇੰਨੀ ਤਾਂ ਵੀਡੀਓ 'ਤੇ ਨਹੀਂ ਜਾ ਸਕਦੇ, ਤਾਂ ਕਾਉਂਸਲਿੰਗ ਕੀਤੀ। ਉਹਦੀ ਕਾਉਂਸਲਿੰਗ ਕਰਨ ਤੋਂ ਬਾਅਦ ਕੁੜੀ ਬਿਲਕੁਲ ਨਾਰਮਲ ਸਥਿਤੀ 'ਚ ਆ ਗਈ। ਉਹਦੇ ਮਾਂ-ਬਾਪ ਨੂੰ ਬੁਲਾਇਆ, ਮਾਂ-ਬਾਪ ਬੁਲਾ ਕੇ ਮੈਂ ਕਿਹਾ ਆ ਲਓ ਜੀ ਤੁਹਾਡੀ ਕੁੜੀ ਤੇ ਬਿਲਕੁਲ ਨਾਰਮਲ ਹਾਲਤ ਵਿੱਚ ਹੈਗੀ ਆ, ਅੱਜ ਤੋਂ ਬਾਅਦ ਇਹਨੂੰ ਕੁਛ ਨਹੀਂ ਹੁੰਦਾ ਗਾ, ਤੇ ਤੁਸੀਂ ਹੁਣ ਇਹਦਾ ਜਿਹੜਾ ਹੈਗਾ ਪ੍ਰਬੰਧ ਕਰੋ। ਕੁੜੀ ਚਲੀ ਗਈ। ਉਹ ਬਾਅਦ 'ਚ 6 ਮਹੀਨਾ 3-4 ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਕੁੜੀ ਦਾ ਵਿਆਹ ਕਰਤਾ। ਵਿਆਹ ਹੋਇਆ, ਨਾ ਕੋਈ ਭੂਤ ਨੇ ਤੱਕ ਉਹ ਚੰਬੜਿਆ, ਨਾ ਕੋਈ ਹੋਰ ਚੰਬੜਿਆ, ਨਾ ਇਹ ਚੀਜ਼ ਚੰਬੜਿਆ। ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹਦੇ ਪਿੱਛੋਂ ਨਿਕਲਦੀਆਂ ਨੇ। ਇੱਕ ਕੇਸ ਦੀ ਉਦਾਹਰਨ ਮੈਂ ਇਸ ਕਰਕੇ ਦਿੱਤੀ ਹੈ। ਅਸਲ ਦੇ ਵਿੱਚ ਇੱਕ ਹੋਰ ਚੀਜ਼ ਹੈ ਮੈਡਮ, ਜਿਹੜੀ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 99% ਜਿਹੜੀਆਂ ਕਸਰਾਂ ਨੇ, ਜਿਹਨੂੰ ਭੂਤਾਂ ਪ੍ਰੇਤਾਂ ਲੋਕ ਕਹਿੰਦੇ ਆ, ਇਹ ਔਰਤਾਂ ਨੂੰ ਹੁੰਦੀਆਂ ਨੇ। ਔਰਤਾਂ ਨੂੰ ਕਿਉਂ ਹੁੰਦੀਆਂ ਨੇ? ਸਾਡੇ ਸਮਾਜ ਦੇ ਵਿੱਚ ਔਰਤ ਦੀ ਸਥਿਤੀ ਕੀ ਹੈ? ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹਰ ਟਾਈਮ ਜਿਹੜੀ ਔਰਤ ਹੈਗੀ ਆ ਉਹ ਮਾਨਸਿਕ ਡਿਪਰੈਸ਼ਨ ਦੀ ਸ਼ਿਕਾਰ ਹੈ, ਮਾਨਸਿਕ ਦਬਾਅ ਦੀ ਸ਼ਿਕਾਰ ਹੈ। ਉਹ ਇੱਕ ਸਾਡੇ ਸਮਾਜ ਦੇ ਖੋਖਲੇ ਬੰਧਨਾਂ ਦੇ ਵਿੱਚ ਬੰਧੀ ਹੋਈ ਹੈ। ਬਿਲਕੁਲ ਉਹ ਸਿਰਫ ਮਤਲਬ ਜਿਵੇਂ ਕਹਿੰਦੇ ਤੜਫ ਸਕਦੀ ਹੈ, ਉਹ ਉਸ ਨੂੰ ਕੋਈ ਉਹਦੀ ਆਜ਼ਾਦੀ ਨਹੀਂ ਹੈ। ਜੇ ਅਸੀਂ ਅੱਜ ਕਰੀਏ, ਬਹੁਤ ਸਾਰੀਆਂ ਸਾਡੇ ਸਮਾਜ 'ਚ ਬੜੇ ਦਾਅਵੇ ਕੀਤੇ ਜਾਂਦੇ ਆ ਕਿ ਮਤਲਬ ਔਰਤ ਜਿਹੜੀ ਕਿ ਮਰਦ ਦੇ ਬਰਾਬਰ ਹੋ ਗਈ, ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ। ਇਹ ਸਿਰਫ ਕਹਿਣ ਦੀਆਂ ਗੱਲਾਂ ਨੇ। ਅੱਜ ਵੀ ਘਰ ਦੇ ਵਿੱਚ ਉਹਨੂੰ ਚੱਲਣਾ ਮਰਦ ਦੀ ਮਰਜ਼ੀ ਨਾਲ ਹੀ ਪੈਂਦਾ, ਨਹੀਂ ਘਰ 'ਚ ਕਲੇਸ਼ ਹੁੰਦੇ ਆ। ਉਹਦੀਆਂ ਆਪਦੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਨੇ, ਜੇ ਉਹ ਆਪਦੀ ਇੱਛਾ ਨਾਲ ਕੋਈ ਕੰਮ ਕਰਨਾ ਚਾਹੁੰਦੀ ਹੈ ਜਾਂ ਆਪਦੀ ਇੱਛਾ ਨਾਲ ਕੋਈ ਖਾਣਾ ਪੀਣਾ ਚਾਹੁੰਦੀ ਹੈ, ਤਾਂ ਉਹ ਉਹਦੀ ਆਪਦੇ ਵੱਸ ਨਹੀਂ ਹੈ, ਉਹ ਵੀ ਟੱਬਰ ਦੇ ਵੱਸ ਹੈ। ਤਾਂ ਫਿਰ ਉੱਥੇ ਜਾ ਕੇ ਉਹ ਮਾਨਸਿਕ ਰੋਗੀ ਨਾ ਹੋਊਗੀ ਤਾਂ ਹੋਰ ਕੀ ਹੋਊਗਾ। ਸੋ ਇਹਨਾਂ ਕੇਸਾਂ ਵਿੱਚ ਇਹੋ ਜਿਹੇ ਕੇਸ ਸਾਡੇ ਕੋਲੇ ਜਿਹੜੇ ਨਿਕਲਦੇ ਆ ਕਿ ਬੰਦੇ ਜਿਹੜੇ ਮਾਨਸਿਕ ਰੋਗੀ ਜਿਹੜੇ ਹੁੰਦੇ ਨੇ। ਸੋ ਇਸ ਕਰਕੇ ਮੈਂ ਤੁਹਾਡੇ ਚੈਨਲ ਨੂੰ ਇੱਕੋ ਗੱਲ ਕਹਿਣੀ ਚਾਹੂੰਗਾ ਕਿ ਜਦੋਂ ਕਿਸੇ ਨੂੰ ਇਹੋ ਜਿਹਾ ਕੁਛ ਲੱਗਦਾ ਹੈ ਵੀ ਘਰ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਹੋਣ ਲੱਗ ਜਾਂਦੀਆਂ ਨੇ, ਜਾਂ ਕੋਈ ਮਤਲਬ ਘਰ ਦਾ ਮੈਂਬਰ ਹੈਗਾ, ਲੇਡੀ ਜਾਂ ਚਾਹੇ ਕੋਈ ਜੈਂਟਸ ਹੈਗਾ, ਉਹ ਸਟਾਰਟਿੰਗ ਦੇ ਉਹਦੀ ਸਥਿਤੀ ਕੀ ਹੁੰਦੀ ਹੈ ਵੀ ਉਹ ਖਾਣਾ ਪੀਣਾ ਛੱਡ ਦੂਗਾ, ਉਹ ਬੋਲਣਾ ਘੱਟ ਕਰ ਦੂਗਾ, ਉਹ ਗੁੰਮਸੁੰਮ ਰਹਿਣ ਲੱਗ ਜੂਗਾ, ਜਾਂ ਫਿਰ ਜੇ ਕੋਈ ਉਗਰ ਸੁਭਾਅ ਦਾ ਹੈਗਾ ਉਹ ਫਿਰ ਕਲੇਸ਼ ਕਰਨ ਲੱਗ ਜੂਗਾ, ਗਾਲੀ ਗਲੋਚ ਕਰਨ ਲੱਗ ਜੂਗਾ, ਭਾਂਡੇ ਭੰਨਣ ਲੱਗ ਜੂਗਾ, ਹੋਰ ਕਰਨ ਲੱਗ ਜੂਗਾ। ਤਾਂ ਜਦੋਂ ਇਹ ਜਿਹੀ ਸਥਿਤੀ ਜਾਂਦਾ ਹੈਗਾ ਤਾਂ ਇਹਨਾਂ ਚੇਲਿਆਂ ਬਾਬਿਆਂ ਕੋਲੇ ਲੁੱਟ ਕਰਾਉਣ ਦੀ ਬਜਾਏ ਤੁਸੀਂ ਤਰਕਸ਼ੀਲ ਸੁਸਾਇਟੀ ਨਾਲ ਸੰਪਰਕ ਕਰੋ। ਅਸੀਂ ਬਿਲਕੁਲ ਫਰੀ ਕੇਸ ਹੱਲ ਕਰਦੇ ਹਾਂ, ਕੋਈ ਅਸੀਂ ਪੈਸਾ ਫੀਸ ਨਹੀਂ ਲੈਂਦੇਗੇ। ਜੇ ਤੁਸੀਂ ਸਾਡੇ ਕੋਲੇ ਨਹੀਂ ਵੀ ਆਉਣਾ ਚਾਹੁੰਦੇ ਤਾਂ ਵੀ ਤੁਸੀਂ ਬਾਬਿਆਂ ਕੋਲੇ ਨਾ ਜਾਓ, ਤੁਸੀਂ ਡਾਕਟਰਾਂ ਕੋਲੇ ਜਾਓ। ਇਹ ਮਾਨਸਿਕ ਰੋਗ ਨੇ, ਮਾਨਸਿਕ ਰੋਗਾਂ ਦੇ ਡਾਕਟਰ ਹਰੇਕ ਸ਼ਹਿਰ 'ਚ ਬੈਠੇ ਆ, ਬਿਲਕੁਲ ਜੀ, ਉਹਨਾਂ ਕੋਲ ਲੈ ਕੇ ਜਾਓ। ਇਹ ਮੁਲਾਕਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਲਿਖੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਆਉਣ ਵਾਲੀਆਂ ਇਹੋ ਜਿਹੀਆਂ ਬਿਹਤਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਧੰਨਵਾਦ।